तुमसे जोरी तुमसे जोर अवर संग तोरी साची प्रीत हम तुमसे जोरी तुमसे जोर अवर संग तोरी साची प्रीत हम। जो तुम गिरवर तो हम मोरा, जो तुम चंद तो हम है चकोरा। जो तुम गिरवर तो हम मोरा, जो तुम चंद तो हम है चकोरा, है चकोरा। साची प्रीत हम तुमसे जोरी तुमसे जोर अवर संग तोरी साची प्रीत हम तुमसे जोरी तुमसे जोर अवर संग तोरी साची प्रीत। माघ में तुम ना तोड़ो तो हम नहीं तोड़े, तुमसे तोड़ कवन से जोड़े। माघ
तुम सो ठाकुर और न देवा। तुमरे भजन कटे जम पासा, भगत हेत गावे रविदासा। तुमरे भजन कटे जम पासा, भगत हेत गावे रविदासा। गावे रविदासा। गावे रविदासा। तुमरे भजन कटे जम पासा, कटे जम पासा। तुमरे भजन कटे जम पासा, भगत हेत गावे रविदासा। गावे रविदासा। साची प्रीत हम तुमसे जोड़ी, साची प्रीत हम तुमसे जोड़ी, तुमसे जोड़ अवर संग तोड़ी। साची प्रीत हम तुमसे जोड़ी, तुमसे जोड़ अवर संग तोड़ी। साची प्रीत हम तुमसे जोड़। मात में तुम ना तोड़ो तो हम नहीं तोड़े, तुमसे तोड़ कवन से जोड़े। मात में तुम ना तोड़ो तो हम नहीं तोड़े, तुमसे तोड़ कवन से जोड़े। कवन से जोड़े। साची प्रीत हम तुमसे जोड़ी, तुमसे जोड़ अवर संग तोड़ी। साची प्रीत हम तुमसे जोड़ी, तुमसे जोड़ अवर संग तोड़ी। अवर संग तोड़ी, अवर संग तोड़ी, अवर संग तोड़ी। ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਕੁਝ ਮਿੰਟਾਂ ਲਈ ਸੰਗਤਾਂ ਨੂੰ ਰੂਬਰੂ ਹੋਣਗੇ। ਬੇਨਤੀ ਹੈ ਭਾਈ ਸਾਹਿਬ ਜੀਆਂ ਨੂੰ ਕਿ ਉਹ ਸੰਗਤਾਂ ਨਾਲ ਕੁਝ ਵਿਚਾਰ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠੇ ਪਿਆਰੇ ਖਾਲਸਾ ਜੀ, ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਫਤਿਹ ਅਰਜ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨਾਲ ਕੁਝ ਆਪਣੇ ਮਨ ਦੇ ਵਲਵਲੇ ਲੈ ਕੇ ਹਾਜ਼ਰ ਹੋਣਾ ਚਾਹੁੰਦਾ ਸੀ, ਪਰ ਮੈਨੂੰ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਕਿ ਪੰਜਾਬ ਦੇ ਅੱਜ ਦੇ ਜੋ ਹਾਲਾਤ ਨੇ ਉੱਤੇ ਵੀ ਕੁਝ ਬੋਲਿਆ ਜਾਵੇ। ਆਪਾਂ ਸਾਰੇ ਇਸ ਗੱਲ ਤੋਂ ਬਖੂਬੀ ਵਾਕਿਫ ਹਾਂ ਕਿ ਪੰਜਾਬ ਵਿੱਚ ਚੱਲਦੇ ਕਿਸਾਨ ਸੰਘਰਸ਼ ਦੇ ਨਾਂ ਹੇਠ ਜੋ ਅੱਜ ਕੱਲ੍ਹ ਕੌਮ ਵੱਲੋਂ ਇੱਕ ਜੱਦੋ-ਜਹਿਦ ਚੱਲ ਰਹੀ ਹੈ, ਉਹਦਾ ਜਿਹੜਾ ਸਰੋਕਾਰ ਹੈ ਸਾਡੇ ਸਾਰਿਆਂ ਨਾਲ ਹੀ ਹੈ। ਮੁੱਖ ਰੂਪ ਵਿੱਚ ਆਪਾਂ ਜ਼ਿਆਦਾਤਰ ਪੇਂਡੂ ਬੈਕਗਰਾਊਂਡ 'ਚੋਂ ਆਏ ਹੋਏ, ਜ਼ਮੀਨ ਨਾਲ ਜੁੜੇ ਹੋਏ ਲੋਕ, ਜ਼ਮੀਨ ਨੂੰ ਹੱਦੋਂ ਵੱਧ ਪਿਆਰ ਕਰਨ ਵਾਲੇ ਸਾਡੇ ਜੀਨਸ ਨੇ। ਤੇ ਜਦੋਂ ਇਹ ਗੱਲ ਆਉਂਦੀ ਹੈ ਕਿ ਜ਼ਮੀਨ ਨਾਲ ਕੁਝ ਹੋਣ ਵਾਲਾ, ਤਾਂ ਸਾਡਾ ਜਿਹੜਾ ਮਨ ਹੈ ਫਿਰ ਉਹ ਸੋਚਣ ਲਈ ਮਜਬੂਰ ਹੁੰਦਾ ਕਿ ਕੀ ਕੀਤਾ ਜਾਵੇ, ਕੀ ਹੋ ਰਿਹਾ ਹੈ। ਇਹ ਸਭ ਕਾਸੇ ਦੇ ਅਸੀਂ ਦਬਾਅ ਵਿੱਚ ਆਉਂਦੇ ਹਾਂ। ਜਿਹੜੇ ਸਾਡੇ ਉੱਥੇ ਭੈਣਾਂ ਭਰਾ ਬੈਠੇ ਨੇ ਉਹ ਆਪਦੇ ਤੌਰ ਤੇ ਸੰਘਰਸ਼ 'ਚ ਕੁੱਦਦੇ ਨੇ। ਅਸੀਂ ਇੱਥੇ ਕੀ ਕਰ ਸਕਦੇ ਹਾਂ? ਸਾਡਾ ਸਰੋਕਾਰ ਇੰਨਾ ਕੀ ਰਹਿ ਜਾਂਦਾ। ਸੋ ਵਾਲੀਆਂ ਗੱਲਾਂ ਤਾਂ ਮੇਰਾ ਖਿਆਲ ਆਪ ਨੂੰ ਪਤਾ ਹੈ, ਆਪਣੇ ਆਪਣੇ ਤੌਰ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਜ਼ਮੀਨ ਦੀ ਮਾਲਕੀ ਨਾਲ ਜੁੜੇ ਹੋਏ ਅਹਿਸਾਸ ਹੀ ਬੰਦੇ ਨੂੰ ਰਾਜ ਪ੍ਰਾਪਤੀ ਦੀ ਭਾਵਨਾ ਨਾਲ ਉਤਪੁੱਤ ਕਰਦੇ ਨੇ। ਇਹਦਾ ਮੁੱਢ ਜ਼ਮੀਨ ਦੀ ਮਾਲਕੀ ਤੋਂ ਬਣਦਾ, ਭਾਵੇਂ ਥੋੜੀ ਹੋਵੇ ਤੇ ਭਾਵੇਂ ਬਾਹਲੀ ਹੋਵੇ। ਇਸੇ ਕਰਕੇ ਜਦੋਂ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਤਾਂ ਜ਼ਮੀਨਾਂ ਦੀ ਵੰਡ ਹੋਈ ਸੀ। ਉਹ ਅਸੀਂ ਕਹਿ ਦਿੰਦੇ ਹਾਂ ਕਿ ਉਹ ਸਾਨੂੰ ਮਿਲੀਆਂ, ਪਰ ਉਹ ਸਾਡੀਆਂ ਜ਼ਮੀਨਾਂ ਸੀ, ਕਿਸੇ ਰੂਪ ਵਿੱਚ ਸਾਡੇ ਤੋਂ ਖੁੱਸੀਆਂ ਹੋਈਆਂ ਸੀ। ਸੋ ਉਸ ਪਹਿਲੇ ਸਿੱਖ ਰਾਜ ਨੇ ਸਾਨੂੰ ਉਹਦੀ ਮਾਲਕੀ ਜਿਹੜੀ ਬਖਸ਼ੀ। ਉਹਦੇ ਤੇ ਜਦੋਂ ਕੋਈ ਆਂਚ ਆਉਂਦੀ ਹੈ ਤਾਂ ਅੱਜ ਵੀ ਫਿਰ ਅਸੀਂ ਉਹਨੂੰ ਨਹੀਂ ਸਹਾਰ ਸਕਦੇ। ਸੋ ਇਹ ਜੋ ਕੁਝ ਚੱਲ ਰਿਹਾ ਉਹਨੂੰ ਆਪਣੇ ਆਪਣੇ ਨਜ਼ਰੀਏ ਤੋਂ ਦੇਖੀਏ, ਪਰਖੀਏ ਤੇ ਇਕੱਠਤਾ ਦੇ ਰੂਪ ਵਿੱਚ ਮੇਰਾ ਖਿਆਲ ਅਸੀਂ ਦੋ ਹੀ ਕੰਮ ਵੱਡੇ ਰੂਪ 'ਚ ਇੱਥੇ ਕਰ ਸਕਦੇ ਹਾਂ ਇਹਨਾਂ ਮੁਲਕਾਂ 'ਚ ਬੈਠੇ। ਇੱਕ ਤਾਂ ਸਰਕਾਰ ਵੱਲੋਂ ਹੋ ਰਹੇ ਉੱਥੇ ਜ਼ੁਲਮ ਨੂੰ ਦੁਨੀਆ ਸਾਹਮਣੇ ਰੱਖਣ ਦੇ ਯਤਨ ਕਰ ਸਕਦੇ ਹਾਂ, ਤੇ ਦੂਜਾ ਸਾਡਾ ਰਹਿ ਜਾਂਦਾ ਸਬੰਧ ਵੀ ਭਾਈ ਜਿਹੜੀ ਉੱਥੇ ਮਦਦ ਹੈ ਉਹ ਆਪਾਂ ਕਿਸੇ ਨਾ ਕਿਸੇ ਰੂਪ ਵਿੱਚ ਕਰੀਏ। ਸੋ ਇਹਨਾਂ ਦੋ ਮੁੱਖ ਕੰਮਾਂ ਨੂੰ ਮੁੱਖ ਰੱਖਦੇ ਹੋਏ ਕੌਮ ਵੱਲੋਂ ਜੇ ਸੰਘਰਸ਼ ਲੰਬਾ ਚੱਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੇਰਾ ਖਿਆਲ ਕੁਝ ਪ੍ਰੋਗਰਾਮ ਜ਼ਰੂਰ ਲਿਖੇ ਜਾਣਗੇ। ਸੋ ਸਾਨੂੰ ਇਸ ਪ੍ਰਤੀ ਆਪਣੇ ਆਪ ਨੂੰ ਤਿਆਰ ਰਹਿਣ ਦੀ ਲੋੜ ਹੈ। ਕਿਸਾਨ ਸੰਘਰਸ਼ ਪ੍ਰਤੀ ਸਾਡੇ ਬਣਦੇ ਫਰਜ਼ਾਂ ਨੂੰ ਅਸੀਂ ਕਿਸ ਹੱਦ ਤੱਕ ਨਿਭਾ ਸਕਦੇ ਹਾਂ, ਸੋ ਅਸੀਂ ਉਹਦੇ ਲਈ ਬਿਲਕੁਲ ਤਿਆਰ ਰਹੀਏ। ਦੂਜੀ ਮੈਂ ਆਪਣੇ ਆਪ ਨਾਲ ਇੱਕ ਜਿਹੜਾ ਮੇਰਾ ਆਪਣਾ ਇੱਕ ਫਲਵਲਾ ਸੀ ਮੈਂ ਆਪਣਾ ਸਾਂਝਾ ਕਰਾਂ। ਸਾਡੀ ਕੌਮ ਦਾ ਇਤਿਹਾਸਕ ਦੌਰ ਹੈ, ਸਾਨੂੰ ਪਤਾ ਨਹੀਂ ਹੁੰਦਾ ਸਾਡੇ ਆਲੇ ਦੁਆਲੇ ਇਤਿਹਾਸਕ ਪਾਤਰ ਕਿਵੇਂ ਵਿਚਰ ਰਹੇ ਹੁੰਦੇ। ਇਹ ਜੋ ਜਥਾ ਤੁਸੀਂ ਦੇਖ ਰਹੇ ਕੀਰਤਨ ਕਰਨ ਵਾਲਾ ਭਾਈ ਗੁਰਤੇਜ ਸਿੰਘ ਉਹਨਾਂ ਨੂੰ ਆਪਾਂ ਜਾਣਦੇ ਹਾਂ। ਲੰਮਾ ਸਮਾਂ ਇਹਨਾਂ ਨੇ ਇੱਥੇ 4 ਸਾਲ ਤੋਂ ਉੱਪਰ ਸੇਵਾ ਕੀਤੀ ਹੈ। ਸਾਡੇ ਬੜੇ ਗੁਰੂ ਘਰ ਦੇ ਆਨੰਦ ਸੇਵਕ ਹੋ ਕੇ ਨਿਬੜੇ ਨੇ। ਇਹਨਾਂ ਨੇ ਸੰਗਤਾਂ ਦਾ ਪਿਆਰ ਵੀ ਲਿਆ ਤੇ ਇਹਨਾਂ ਨੂੰ ਗੁਰੂ ਨੇ ਬਖਸ਼ਿਸ਼ ਵੀ ਕੀਤੀ ਹੈ। ਪਰ ਆ ਜਿਹੜਾ ਸਿੰਘ ਤਬਲੇ ਤੇ ਬੈਠਾ ਭਚੰਗੀ ਸਿੰਘ, ਇਹਦਾ ਨਾਮ ਗਗਨਦੀਪ ਸਿੰਘ ਹੈ। ਇਹ 16 ਸਾਲ ਦਾ ਬੱਚਾ ਹੈ। ਜਿੱਦਣੇ ਪਹਿਲੇ ਦਿਨ ਆਏ ਤਾਂ ਮੈਂ ਆਪਣੇ ਸੁਭਾਅ ਮੁਤਾਬਕ ਇਹਨਾਂ ਨੂੰ ਪੁੱਛਿਆ ਵੀ ਸਿੰਘੋ ਕੀ ਹਾਲ ਚਾਲ ਹੈ। ਇਹ ਸਿੰਘ ਛੋਟੀ ਉਮਰ ਦਾ ਬਹੁਤ ਸੋਹਣਾ ਤਬਲਾ ਵਜਾਉਂਦਾ। ਤਾਂ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਆਈ ਵੀ ਇਹ ਗਗਨਦੀਪ ਸਿੰਘ ਅਫਗਾਨਿਸਤਾਨ ਤੋਂ ਆਇਆ ਹੋਇਆ ਸਿੰਘ।
ਜਦੋਂ 25 ਮਾਰਚ 2020 ਨੂੰ ਅਫਗਾਨਿਸਤਾਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰਾ ਸਾਹਿਬ ਤੇ ਇੱਕ ਹਮਲਾ ਹੋਇਆ, ਉਹਦੇ ਵਿੱਚ ਇਸ ਗਗਨਦੀਪ ਸਿੰਘ ਦੇ ਦਾਦਾ ਜੀ ਜਿਹੜੇ ਉਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਸਨ, ਸਰਦਾਰ ਨਿਰਮਲ ਸਿੰਘ ਜੀ, ਇਹਦੀ ਮਾਤਾ ਜੀ ਤੇ ਇਹਦੀ ਇੱਕ 4 ਸਾਲ ਦੀ ਛੋਟੀ ਭੈਣ ਸੀ, ਉਹ ਉਸ ਹਮਲੇ ਦਾ ਸ਼ਿਕਾਰ ਹੋਏ ਤੇ ਇਸ ਦੁਨੀਆ ਤੋਂ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ। ਇਹ ਬੱਚਾ ਆਪਣੇ ਚਾਚਿਆਂ ਨਾਲ, ਇਹਨਾਂ ਨੂੰ ਭਾਰਤੀ ਸਰਕਾਰ ਆ ਜਿਹੜੀ ਉਹ ਦਿੱਲੀ ਲੈ ਗਈ ਵੀ ਅਸੀਂ ਤੁਹਾਨੂੰ ਮਹਿਫੂਜ਼ ਰੱਖਾਂਗੇ, ਇੱਥੇ ਤੁਸੀਂ ਸੁਰੱਖਿਅਤ ਨਹੀਂ ਹੈਗੇ। ਪਰ ਹੋਇਆ ਕੀ ਕਿ ਇਹਨਾਂ ਨੂੰ ਦਿੱਲੀ ਲਿਜਾ ਕੇ ਬਿਠਾ ਲਿਆ ਗਿਆ ਤੇ ਇਹ ਰੋਟੀ ਤੋਂ ਜਿਹੜੇ ਟੱਬਰ ਸੀ ਮਥਾਜ ਹੋ ਗਏ। ਇਹ ਟੱਬਰ ਕਰਮਾਂ ਵਾਲਾ ਸੀਗਾ ਕਿ ਇਹਦੇ ਦੋਵੇਂ ਚਾਚੇ ਜਿਹੜੇ ਸੀ ਅਫਗਾਨਿਸਤਾਨ ਵਿੱਚ ਅਮਰੀਕਨ ਐਮਬੈਸੀ 'ਚ ਕੰਮ ਕਰਦੇ ਸੀ। ਸੋ ਦਿੱਲੀ ਤੋਂ ਫੇਰ ਆ ਕੇ ਉਹਨਾਂ ਨੇ ਆਪਦਾ ਕੰਮਕਾਰ ਸ਼ੁਰੂ ਕਰ ਲਿਆ। ਜਦੋਂ ਘਰ ਦਾ ਗੁਜ਼ਾਰਾ ਨਾ ਚੱਲਿਆ ਤਾਂ ਫਿਰ ਉਹਨਾਂ ਨੇ, ਕਿਉਂਕਿ ਇਹਨਾਂ ਮੁਲਕਾਂ ਨੇ ਉਹਨਾਂ ਅਫਗਾਨਿਸਤਾਨ 'ਚ ਵਸਦੇ ਸਿੱਖਾਂ ਨੂੰ ਖਾਸ ਰਿਆਇਤ ਸਹਿਤ ਤਹਿਤ ਇੱਥੇ ਸੱਦਿਆ, ਤਾਂ ਇਹ ਜਿਹੜਾ ਸਾਰਾ ਪਰਿਵਾਰ ਆ ਫਿਰ ਇੱਥੇ ਆ ਗਿਆ। ਤਾਂ ਇਹ ਹੁਣ ਹਿਕਸਵਿਲ 'ਚ ਰਹਿ ਰਿਹਾ ਇਹ ਬੱਚਾ ਆਪਣੇ ਦੋਵੇਂ ਚਾਚਿਆਂ ਨਾਲ ਤੇ ਆਪਦੇ ਡੈਡੀ ਨਾਲ। ਇੱਕ ਇਹਦੀ ਭੈਣ ਹੈ ਛੋਟੀ। ਸੋ ਘਰ ਦੇ ਇੱਕ ਇਹਦੇ ਨਾਨਾ ਜੀ ਉਸ ਜਿਹੜੇ ਕਤਲੋਗਾਰਤ ਹੋਈ ਉਹਦਾ ਸ਼ਿਕਾਰ ਹੋਏ। ਸੋ ਇਹਨਾਂ ਦੇ ਘਰ ਦੇ 4 ਜੀ 25 ਮਾਰਚ 2020 ਨੂੰ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ। ਹੁਣ ਇਹ ਸਾਡਾ ਮੌਜੂਦਾ ਇਤਿਹਾਸ ਹੈ, ਸਾਡੀ ਕੌਮ ਦਾ। ਇਹ ਅੱਜ ਹੀ ਮੈਨੂੰ ਦੱਸ ਰਿਹਾ ਸੀਗਾ, ਮੈਂ ਇਹਨੂੰ ਪੁੱਛਿਆ ਸੀ ਵੀ ਕਾਬਲ ਵਿੱਚ ਹੁਣ ਕਿੰਨੇ ਕੁ ਸਿੱਖ ਰਹਿ ਗਏ। ਮੇਰੀ ਨਜ਼ਰ ਵਿੱਚ ਅੱਜ ਤੋਂ 10 ਸਾਲ ਪਹਿਲਾਂ ਉੱਥੇ 1.5 ਲੱਖ ਸਿੱਖ ਰਹਿੰਦਾ ਸੀ, ਜਿਹੜੇ ਅਫਗਾਨਿਸਤਾਨ ਤੋਂ ਆਏ ਪਰਿਵਾਰ ਨਿਊਯਾਰਕ ਪਹਿਲਾਂ ਰਹਿੰਦੇ ਨੇ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ, ਉਹ ਦੱਸਦੇ ਨੇ। ਪਰ ਇਹ ਦੱਸ ਰਿਹਾ ਸੀ ਵੀ ਹੁਣ ਉੱਥੇ ਸ਼ਾਇਦ ਕੋਈ ਨਹੀਂ ਰਹਿ ਗਿਆ। ਆਪ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਅਫਗਾਨਿਸਤਾਨ ਵਿੱਚ ਸਾਡੇ 54 ਗੁਰਦੁਆਰਾ ਸਾਹਿਬਾਨ ਇਤਿਹਾਸਕ, ਤੇ ਜੇ ਅੱਜ ਉੱਥੇ ਕੋਈ ਸਿੱਖ ਨਹੀਂ ਹੈਗਾ ਤਾਂ ਇਹਦਾ ਮਤਲਬ ਸਾਡੇ ਜਿਹੜੇ ਗੁਰੂ ਸਾਹਿਬਾਨ ਦੇ ਦਰ ਨੇ, ਉੱਥੇ ਗੁਰਦੁਆਰਾ ਸਾਹਿਬਾਨ ਨੇ, ਗੁਰੂ ਸਾਹਿਬਾਨ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰੇ ਨੇ, ਉਹ ਸਾਰੇ ਬੰਦ ਹੋ ਗਏ ਹੋਣਗੇ ਜਾਂ ਹੋ ਜਾਣਗੇ। ਸੋ ਇਹ ਬੜਾ ਇੱਕ ਦੁਖਦਾਈ ਪੱਖ ਹੈ ਕਿ ਇੱਕ ਮੁਲਕ ਵਿੱਚੋਂ ਸਾਡੀ ਕੌਮ ਜਿਹੜੀ ਹੈ ਇਹ ਪਿਛਲੇ ਸੰਸਾਰ ਵਿੱਚ ਜੋ ਕੁਝ ਵਾਪਰਿਆ ਪਿਛਲੇ ਸਮੇਂ ਵਿੱਚ ਉਹਦਾ ਸ਼ਿਕਾਰ ਹੁੰਦਿਆਂ ਹੋਇਆਂ ਇੱਕ ਮੁਲਕ ਵਿੱਚੋਂ ਸਾਡਾ ਜਿਹੜਾ ਹੈ ਰਹਿਣਾ ਖਤਮ ਹੋ ਗਿਆ। ਇਸ ਗੱਲ ਨੂੰ ਕਿਵੇਂ ਸਮਝਿਆ ਜਾਵੇ, ਮੇਰੇ ਲਈ ਬੜੀ, ਮੈਂ ਜਦੋਂ ਇਹਨੂੰ ਪਹਿਲੇ ਦਿਨ ਮਿਲਿਆ ਤਾਂ ਮੈਂ ਸੱਚ ਜਾਣੂ ਮੇਰੇ ਅੱਖਾਂ ਅੱਗੇ ਇੰਨਾ ਕੁਝ ਘੁੰਮ ਗਿਆ ਕਿ ਕੁਝ ਸਮਰੱਥਾ ਨਾ ਰਹੀ ਵੀ ਇਹਨੂੰ ਕਿਵੇਂ ਸੋਚਿਆ ਜਾਵੇ, ਕਿਵੇਂ ਇਹਨੂੰ ਲਈਏ ਅਸੀਂ। ਤਾਂ ਕਿਉਂਕਿ ਇਹਦੇ ਤੇ ਬਹੁਤ ਘੱਟ ਲਿਖਿਆ ਪੜ੍ਹਿਆ ਗਿਆ ਇਹਨਾਂ, ਜਿਹੜਾ ਮੌਜੂਦਾ ਇਤਿਹਾਸ ਹੈ ਸਾਡਾ, ਇੱਦਾਂ ਜਿਹੜਾ ਵਾਪਰਿਆ ਬੜਾ ਵੱਡਾ ਦੁਖਾਂਤਕ ਇਤਿਹਾਸ, ਇਹਨੂੰ ਸਮੇਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਪਰ ਇਸ ਪੱਖੋਂ ਪਤਾ ਨਹੀਂ ਅਸੀਂ ਸ਼ਾਇਦ ਅਵੇਸਲੇ ਹਾਂ ਜਾਂ ਕੋਈ ਸਾਡੇ 'ਚ ਕਮੀਆਂ ਨੇ। ਅਸੀਂ ਅੱਖਾਂ ਸਾਹਮਣੇ ਵਰਤਦੇ ਇਤਿਹਾਸ ਨੂੰ ਕਲਮਬੱਧ ਕਰਨ ਵਿੱਚ ਕਾਫੀ ਪਿੱਛੇ ਹਾਂ। ਤਾਂ ਦੇ ਲੈ ਕੇ ਮੇਰੀ ਨਜ਼ਰ ਸਿਰਫ ਇੱਕ ਛੋਟੀ ਜਿਹੀ ਕਵਿਤਾ ਤੇ ਪਈ, ਜਿਹੜੀ ਕਿ ਸੁਨਾਮ ਜ਼ਿਲ੍ਹੇ 'ਚ ਬੈਠੇ ਖਿਆਲਾ ਪਿੰਡ ਦਾ ਇੱਕ ਬੰਦਾ ਆ, ਨੌਜਵਾਨ ਬੱਚਾ ਆ, ਹਰਮਨਜੀਤ ਸਿੰਘ ਉਹਦਾ ਨਾਂ ਹੈ। ਉਹਨੂੰ ਰਾਣੀ ਤੱਤ ਕਹਿ ਕੇ ਜਾਣਦੇ ਨੇ। ਉਸ ਬੰਦੇ ਨੇ ਰਾਣੀ ਤੱਤ ਨਾਂ ਦੀ ਕਿਤਾਬ ਲਿਖੀ ਹੋਈ, ਸ਼ਾਇਦ ਤੁਹਾਡੇ 'ਚੋਂ ਕਿਸੇ ਨੇ ਪੜ੍ਹੀ ਹੋਵੇ। ਉਸ ਬੰਦੇ ਨੇ ਬਹੁਤ ਸੋਹਣੇ ਧਾਰਮਿਕ ਗੀਤ ਲਿਖੇ ਹੋਏ ਆ। 10 ਗੁਰੂ ਸਾਹਿਬਾਨਾਂ ਦੇ ਪਰਥਾਏ ਉਹਨੇ 10 ਗੀਤ, ਸੂਰਜ ਇੱਕੋ ਰੁੱਤ ਅਨੇਕ ਦੇ ਟਾਈਟਲ ਹੇਠ ਰਿਕਾਰਡ ਕਰਾਏ ਹੋਏ ਆ ਮਨਪ੍ਰੀਤ ਸਿੰਘ ਦੀ ਆਵਾਜ਼। ਬਹੁਤ ਸੋਹਣੇ ਨੇ, ਸੁਣਿਓ ਕਦੇ। ਤੇ ਉਹਦੇ ਬੜੇ ਮਸ਼ਹੂਰ ਗਾਣੇ ਨੇ, ਕਿਤਾਬਾਂ ਵਾਲਾ ਰੱਖਣਾ, ਖੋਪੜ, ਨਾਗਣੀ, ਬੜੇ ਜੇ ਸ਼ਬਦ ਗੁਰਬਾਣੀ ਤੋਂ ਬਾਅਦ ਵੀ ਜੇ ਕਿਤੇ ਕੁਝ ਸੁਣਨ ਨੂੰ ਜੀ ਕਰੇ ਤਾਂ ਉਹ
ਸੁਣਨ ਵਾਲੀਆਂ ਚੀਜ਼ਾਂ ਨੇ। ਤਾਂ ਉਹਨੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ ਜਿਹੜੀ ਕਿ ਮੈਂ ਬਹੁਤ ਵਾਰੀ ਸੁਣੀ, ਤੇ ਉਹ ਹਰ ਵਾਰੀ ਉਹ ਬੰਦੇ ਨੂੰ ਪਗਲਾ ਦਿੰਦੀ ਹੈ, ਬੰਦੇ ਨੂੰ ਸੋਚਣ ਤੇ ਮਜਬੂਰ ਕਰਦੀ ਹੈ। ਤੇ ਉਹ ਕਵਿਤਾ ਦੇ 7-8 ਹੀ ਲਾਈਨਾਂ ਨੇ, ਉਹਨਾਂ ਵਿੱਚ ਬੜੀ ਸੋਹਣੀ ਵਿਆਖਿਆ ਇਸ ਸਭ ਕਾਸੇ ਦੀ ਵੀ ਅਸੀਂ ਅਫਗਾਨਿਸਤਾਨ ਵਿੱਚ ਜਦੋਂ ਇਹ ਕੁਝ ਹੋਇਆ ਤਾਂ ਉਹਦੀ ਜਿਹੜੀ ਕਵੀ ਦਿਮਾਗ ਨੇ ਜੋ ਕੁਝ ਸੋਚਿਆ ਤੇ ਉਹਨੂੰ ਕਲਮਬੰਦ ਕੀਤਾ। ਕਵਿਤਾ ਵਿੱਚ ਵੈਸੇ ਇੱਕ ਸ਼ਕਤੀ ਹੁੰਦੀ ਹੈ ਕਿ ਥੋੜੇ ਲਫ਼ਜ਼ਾਂ ਵਿੱਚ ਬਹੁਤ ਕੁਝ ਕਹਿਣ ਦੀ ਸਮਰੱਥਾ ਕਾਵਿ-ਬੰਦ 'ਚ ਹੁੰਦੀ ਹੈ। ਸੋ ਉਹ ਲਫ਼ਜ਼ ਜੋ ਲਿਖੇ ਨੇ, ਮੈਂ ਇਹਨਾਂ ਸਿੰਘਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਸੁਣਾਇਓ ਸਾਨੂੰ ਪੜ੍ਹ ਕੇ ਉਹ ਕਵਿਤਾ। ਗੁਰਤੇਜ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਤਾਂ ਇਹਨਾਂ ਨੇ ਕਿਹਾ ਵੀ ਭਾਜੀ ਅਸੀਂ ਜਿੱਦਣ ਸਾਡਾ ਅਖੀਰੀ ਦੀਵਾਨ ਹੋਇਆ ਨਾ ਉਦੋਂ ਅਸੀਂ ਪੜ੍ਹਾਂਗੇ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਉਹ ਕਵਿਤਾ ਆਪ ਦੇ ਸਨਮੁਖ ਕਰਨ। ਸੋ ਮੇਰੇ ਵਾਂਗੂ ਸ਼ਾਇਦ ਆਪ ਨੂੰ ਵੀ ਸਮਝ ਲੱਗ ਜਾਏ ਕਿ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ। ਤੇ ਤਖਤ ਲਾਹੌਰ ਦੇ ਨਾਂ ਹੇਠਾਂ ਜਿਹੜੀ ਕਿ ਕਵਿਤਾ ਲਿਖੀ ਹੈ 6-7 ਲਾਈਨਾਂ ਦੀ, ਸ਼ਾਇਦ ਅਸੀਂ ਕੁਝ ਸਮਝ ਪਾਈਏ ਕਿ ਇਹ ਕਿਉਂ ਹੋ ਰਿਹਾ। ਕਿਸੇ ਵੀ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਆਓ ਗੁਰੂ ਕੇ ਪਿਆਰੇ ਸਾਧ ਨੇ ਜੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਾਕਾ ਗਗਨਦੀਪ ਸਿੰਘ ਬਾਰੇ ਕਿ ਜਿਸ ਦਿਨ ਦਾ ਇਹ ਬੱਚਾ ਮੇਰੇ ਨਾਲ ਆਇਆ ਹੈ, ਮੈਨੂੰ ਇੱਕ ਦਿਨ ਵੀ ਇਸ ਤਰ੍ਹਾਂ ਨਹੀਂ ਲੱਗਿਆ ਕਿ ਇਹ ਕੋਈ ਦੂਰੋਂ ਆਇਆ ਹੈ। ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਮੇਰਾ ਪੁੱਤਰ ਵੀ ਇਸ ਤੋਂ 2 ਸਾਲ ਵੱਡਾ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੇਰਾ ਪੁੱਤਰ ਹੀ ਮੇਰੇ ਨਾਲ ਤੁਰਿਆ ਫਿਰਦਾ ਹੈ। ਬਹੁਤ ਹੀ ਪਿਆਰ ਵਾਲਾ ਬੱਚਾ ਗਗਨਦੀਪ ਸਿੰਘ ਕਿ ਜਿਸ ਦੇ ਉੱਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਰਹਿਮਤ ਹੈ। ਦੁੱਖ ਵਡੇਰਾ ਹੈ ਗੁਰੂ ਕੇ ਪਿਆਰਿਓ ਕਿ ਜਿਸ ਦੀ ਅੱਖਾਂ ਦੇ ਸਾਹਮਣੇ ਕਿ ਉਸ ਮਾਂ ਦੇ ਬਿਨਾਂ ਇੱਕ ਪਲ ਵੀ ਬੱਚਾ ਨਹੀਂ ਰਹਿ ਸਕਦਾ। ਤੇ ਅੱਖਾਂ ਦੇ ਸਾਹਮਣੇ ਮਾਂ ਤੁਰ ਜਾਵੇ, ਛੋਟੀ ਭੈਣ ਤੁਰ ਜਾਵੇ, ਦਾਦਾ ਜੀ ਤੁਰ ਜਾਣ, ਕਿੰਨਾ ਦੁੱਖ ਹੁੰਦਾ ਹੈ। ਭਾਈ ਸਾਹਿਬ ਨੇ ਹੁਕਮ ਕੀਤਾ ਇਹ ਕਵਿਤਾ ਪੜ੍ਹਨ ਦਾ ਕਿ ਭਾਈ ਸਾਹਿਬ ਨੇ ਦੱਸਿਆ ਕਿ ਇਹ ਕਵਿਤਾ ਵੀਰ ਨੇ ਗਾਈ ਹੋਈ ਹੈ, ਕਿਉਂਕਿ ਗੁਰੂ ਕੇ ਪਿਆਰਿਓ ਸ਼ਬਦ ਤਾਂ ਅਸੀਂ ਗਾ ਸਕਦੇ ਹਾਂ ਪਰ ਕਿਸੇ ਦੀ ਕਵਿਤਾ ਗਾਣੀ ਬੜੀ ਔਖੀ ਹੈ। ਕੋਸ਼ਿਸ਼ ਕਰਾਂਗੇ, ਅਗਰ ਕੋਈ ਭੁੱਲ ਹੋ ਜਾਵੇ ਤਾਂ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ। ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ। ਸਾਡੇ ਪਿੰਡੋਂ ਦੂਰ ਦੁਰਾਡੇ, ਸਾਡੇ ਪਿੰਡੋਂ ਦੂਰ ਦੁਰਾਡੇ, ਇੱਕ ਨਿੱਕਾ ਜਿਹਾ ਬਾਲ ਨਿਆਣਾ, ਗੁੰਮ ਗਈ ਆਪਣੀ ਮਾਂ ਲੱਭਦਾ ਏ, ਗੁੰਮ ਗਈ ਆਪਣੀ ਮਾਂ ਲੱਭਦਾ ਏ, ਗੁੰਮ ਗਈ ਆਪਣੀ ਮਾਂ ਲੱਭਦਾ ਏ। ਦਹਿਸ਼ਤ ਗੁੰਨੇ ਦੌਰ ਦੇ ਅੰਦਰ, ਗਲੀਆਂ ਦੇ ਵਿੱਚ ਰੁਲਦਾ ਫਿਰਦਾ, ਤਖਤ ਲਾਹੌਰ ਦਿਸ਼ਾ ਲੱਭਦਾ ਏ, ਤਖਤ ਲਾਹੌਰ ਦਿਸ਼ਾ ਲੱਭਦਾ ਏ, ਗੁੰਮ ਗਈ ਆਪਣੀ ਮਾਂ 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 ਲੱਭਦਾ ਏ। ਸਾਡੇ ਪਿੰਡੋਂ ਦੂਰ ਦੁਰਾਡੇ, ਸਾਡੇ ਪਿੰਡੋਂ ਦੂਰ ਦੁਰਾਡੇ, ਇੱਕ ਨਿੱਕਾ ਜਿਹਾ ਬਾਲ ਨਿਆਣਾ, ਗੁੰਮ ਗਈ ਆਪਣੀ ਮਾਂ ਲੱਭਦਾ ਏ, ਗੁੰਮ ਗਈ ਆਪਣੀ ਮਾਂ ਲੱਭਦਾ ਏ।
ਕਿੰਨਾ ਗੈਰ ਗੰਭੀਰ ਹੋਇਆ ਹੈ, ਕਿੰਨਾ ਗੈਰ ਗੰਭੀਰ ਹੋਇਆ ਹੈ, ਭੁੱਲਾਂ ਜਿਹਾ ਸਤੀਰ ਹੋਇਆ ਹੈ। ਨਵੀਆਂ ਰਾਹਾਂ ਲੱਭ ਲਵੇਗਾ, ਹਿੰਮਤ ਉਸ ਨੂੰ ਰੱਬ ਦੇਵੇਗਾ, ਹਿੰਮਤ ਉਸ ਨੂੰ ਰੱਬ ਦੇਵੇਗਾ। ਜਿੱਥੇ ਝੰਡਾ ਗੱਡ ਦੇਵੇਗਾ, ਐਸੀ ਕੋਈ ਥਾਂ ਲੱਭਦਾ ਹੈ, ਐਸੀ ਕੋਈ ਥਾਂ ਲੱਭਦਾ ਹੈ। ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ। ਸਿਰ ਤੇ ਜੂੜਾ ਪਟਕਾ ਬੱਧਾ, ਆਪਣੀ ਉਮਰ ਤੋਂ ਵੱਧ ਸਿਆਣਾ, ਇੱਕ ਨਿੱਕਾ ਜਿਹਾ ਬਾਲ ਨਿਆਣਾ, ਦਹਿਸ਼ਤ ਗੁੰਨੇ ਦੌਰ ਦੇ ਅੰਦਰ, ਗਲੀਆਂ ਦੇ ਵਿੱਚ ਰੁਲਦਾ ਫਿਰਦਾ, ਤਾਕਤ ਲਾਹੌਰ ਦਿਸ਼ਾ ਲੱਭਦਾ ਹੈ, ਤਾਕਤ ਲਾਹੌਰ ਦਿਸ਼ਾ ਲੱਭਦਾ ਹੈ। ਗੁੰਮ ਗਈ ਆਪਣੀ ਮਾਂ ਲੱਭਦਾ ਹੈ, 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 ਗੁੰਮ ਗਈ ਆਪਣੀ ਮਾਂ ਲੱਭਦਾ ਹੈ। ਸਾਡੇ ਪਿੰਡੋਂ ਦੂਰ ਦੁਰਾਡੇ, ਸਾਡੇ ਪਿੰਡੋਂ ਦੂਰ ਦੁਰਾਡੇ, ਇੱਕ ਨਿੱਕਾ ਜਿਹਾ ਬਾਲ ਨਿਆਣਾ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ। ਸਾਡੇ ਪਿੰਡੋਂ ਦੂਰ ਦੁਰਾਡੇ, ਇੱਕ ਨਿੱਕਾ ਜਿਹਾ ਬਾਲ ਨਿਆਣਾ, ਗੁੰਮ ਗਈ ਆਪਣੀ ਮਾਂ ਲੱਭਦਾ ਹੈ, ਗੁੰਮ ਗਈ ਆਪਣੀ ਮਾਂ ਲੱਭਦਾ ਹੈ। ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਸਾਰੀਆਂ ਸੰਗਤਾਂ ਨੂੰ। ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਤੇ ਮੈਂ ਸ਼ੁਕਰਗੁਜ਼ਾਰ ਹਾਂ ਸਾਰੀ ਪ੍ਰਬੰਧ ਕਮੇਟੀ ਦਾ, ਸਭ ਤੋਂ ਪਹਿਲਾਂ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਸਾਰੀ ਪ੍ਰਬੰਧ ਕਮੇਟੀ ਦਾ, ਸਮੂਹ ਸੰਗਤਾਂ ਦਾ, ਸਮੂਹ ਸਟਾਫ ਦਾ, ਕਿ ਜਿਨ੍ਹਾਂ ਨੇ ਬਹੁਤ ਮਾਣ ਬਖਸ਼ਿਆ, ਪਿਆਰ ਬਖਸ਼ਿਆ ਹੈ। ਕੀਰਤਨ ਦੀ ਸੇਵਾ ਲਈ ਹੁਕਮ ਕੀਤਾ। ਗੁਰੂ ਘਰ ਵਿਖੇ ਕੀਰਤਨ ਕਰਦਿਆਂ ਵਿਚਰਦਿਆਂ ਹੋਈਆਂ ਭੁੱਲਾਂ ਨੂੰ ਗੁਰੂ ਮਹਾਰਾਜ ਸਾਧ ਸੰਗਤ ਬਖਸ਼ਣ ਜੋਗ ਜੀ ਬਖਸ਼ ਲੈਣਾ। ਸੋ ਆਓ ਸਾਰੀ ਸੰਗਤ ਆਨੰਦ ਸਾਹਿਬ ਦੇ ਜਾਪ ਸਰਵਣ ਕਰੀਏ, ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਰਾਮ ਕਲੀ ਮਹਲਾ ਤੀਜਾ, ਨਾਨਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਹਿਜੀ ਮਨ ਵਜਿਆ।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਗਾਓ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨੋ ਵਿਸਾਰੇ ਗਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਰਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਦੁਖਾਂ ਸਭ ਗਵਾਈਆਂ ਕਰ ਸ਼ੋਕ ਸੁਖ ਅਧਿਆਇ ਸਿਆ ਦਿਨ ਸਭ ਗੁਰੂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਸ਼ਬਦ ਵਾਜੇ ਪੰਜ ਦੋਤ ਦਿਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਕਹਿ ਨਾਨਕ ਤੈਸ ਕੋ ਆਦਤ ਕਰ ਅਨਹਦ ਵਾਰ ਆਨੰਦ ਸੁਣੋ ਵਡ ਭਾਗਿਓ ਸਭ